ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम जी आया ਨੂੰ खुशामदीद ਤੁਹਾਡੇ ਆਪਣੇ ਚੈਨਲ ਸਕਾਈ ਰੈਸਪੀ ਤੇ। ਅੱਜ ਬਹੁਤ ਹੀ ਜ਼ਬਰਦਸਤ ਰੈਸਪੀ ਲੈ ਕੇ ਮੈਂ ਤੁਹਾਡੇ ਲਈ ਆ ਗਈ ਹਾਂ। ਸਰਦੀਆਂ ਕਿਉਂਕਿ ਚੱਲ ਰਹੀਆਂ, ਸਰਦੀਆਂ ਦੇ ਵਿੱਚ ਮੁਰੱਬਾ ਜਾਤ ਬਹੁਤ ਜ਼ਿਆਦਾ ਖਾਦੇ ਜਾਂਦੇ ਨੇ, ਪਸੰਦ ਕੀਤੇ ਜਾਂਦੇ ਨੇ ਔਰ ਸਭ ਤੋਂ ਆਸਾਨੀ ਨਾਲ ਘਰ 'ਚ ਬਣਨ ਵਾਲਾ ਲਜ਼ੀਜ਼ ਜਿਹਾ ਮੁਰੱਬਾ ਤੁਹਾਡੇ ਨਾਲ ਮੈਂ ਅੱਜ ਰੈਸਪੀ ਸ਼ੇਅਰ ਕਰ ਰਹੀ ਹਾਂ ਜੀ। ਬਿਲਕੁਲ ਅੱਜ ਅਸੀਂ ਬਣਾਵਾਂਗੇ ਗਾਜਰਾਂ ਦਾ ਮੁਰੱਬਾ। ਗਾਜਰਾਂ ਦਾ ਮੁਰੱਬਾ ਬਣਾਉਣ ਲਈ ਗਾਜਰਾਂ ਲੈ ਲੈਣੀਆਂ। ਮੈਂ ਇਸ ਤਰ੍ਹਾਂ ਦੀਆਂ ਗਾਜਰਾਂ ਦਾ ਮੁਰੱਬਾ ਬਣਾਉਣੀ ਆ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਬਿਲਕੁਲ ਛੋਟੇ ਸਾਈਜ਼ ਤੇ ਬਿਲਕੁਲ ਲਾਲ ਲਾਲ ਜਿਹੜੀਆਂ ਗਾਜਰਾਂ, ਇਹਨਾਂ ਨੂੰ ਧੋ ਕੇ ਉੱਪਰੋਂ ਛਿਲ ਕੇ ਅੱਗੇ ਪਿੱਛੇ ਇਹਨਾਂ ਨੂੰ ਕੱਟ ਲੈਣਾ ਔਰ ਫਿਰ ਇਹਨਾਂ ਨੂੰ ਰੱਖ ਲੈਣਾ। ਤੁਸੀਂ ਇਹ ਦੇਖੋ ਜਿੰਨਾ ਮੁਰੱਬਾ ਤੁਸੀਂ ਬਣਾਉਣਾ ਰੱਖ ਲਓ। ਮੈਂ 1 ਕਿਲੋ ਗਾਜਰਾਂ ਤੋਂ ਤਕਰੀਬਨ ਭਰੀ ਆ ਜਿਹੜਾ ਮੈਂ ਇਹ ਬਣਾ ਰਹੀ ਹਾਂ ਔਰ ਮੈਂ ਪਾਣੀ ਪਾਤਾ ਇਹਦੇ ਵਿੱਚ ਕੜਾਈ ਵਿੱਚ 1 ਗਿਲਾਸ, ਕਿਉਂਕਿ ਪਾਣੀ ਮੈਨੂੰ ਥੋੜਾ ਲੱਗ ਰਿਹਾ। ਥੋੜਾ ਜਿਹਾ ਪਾਣੀ ਮੈਂ ਇਹਦੇ ਵਿੱਚ ਹੋਰ ਪਾ ਦੇਣਾ। ਪਾਣੀ ਇਹਦੇ ਵਿੱਚ ਮੈਂ ਬਹੁਤ ਜ਼ਿਆਦਾ ਪਾਣੀ ਵਿੱਚ ਇਹਨੂੰ ਤੁਸੀਂ ਬੋਇਲ ਨਹੀਂ ਕਰਨਾ। ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਅਸੀਂ ਇਹਦਾ ਚੀਨੀ ਦਾ ਸ਼ੀਰਾ ਤਿਆਰ ਕਰਨਾ ਨਾ, ਉਹ ਮੈਂ ਇਸੇ ਪਾਣੀ 'ਚ ਤਿਆਰ ਕਰਨਾ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਜਿਸ ਚੀਜ਼ 'ਚ ਗਾਜਰਾਂ ਉਬਲੀਆਂ ਉਹ ਵਾਲਾ ਪਾਣੀ ਹੈ ਨਾ ਜਿਹੜਾ ਮੈਂ ਬਿਲਕੁਲ ਵੀ ਜ਼ਾਇਆ ਨਾ ਕਰਾਂ। ਗਾਜਰਾਂ ਨੂੰ ਅਸੀਂ ਇੱਥੇ ਉਬਾਲ ਲੈਣਾ ਕਿੰਨੀ ਦੇਰ, ਜਦੋਂ ਤੱਕ ਗਾਜਰਾਂ ਨਰਮ ਨਹੀਂ ਹੋ ਜਾਂਦੀਆਂ। ਤਕਰੀਬਨ 80% ਗਾਜਰਾਂ ਨਾ ਜਿਹੜੀਆਂ ਉਹ ਨਰਮ ਹੋਣੀਆਂ ਚਾਹੀਦੀਆਂ। ਇਹ ਤੁਸੀਂ ਸੋਚ ਲਓ ਕਿ ਸ਼ੀਰੇ ਦੇ ਵਿੱਚ ਗਾਜਰਾਂ ਉਸ ਤਰ੍ਹਾਂ ਇੰਨੀਆਂ ਜ਼ਿਆਦਾ ਨਰਮ ਨਹੀਂ ਹੁੰਦੀਆਂ, ਤਕਰੀਬਨ ਜਿੰਨੀਆਂ ਹੁੰਦੀਆਂ ਉਨੀਆਂ ਹੀ ਰਹਿੰਦੀਆਂ। ਉਸ ਤੋਂ ਜ਼ਿਆਦਾ ਨਰਮ ਗਾਜਰਾਂ ਨਾ ਜਿਹੜੀਆਂ ਉਹ ਚੀਨੀ ਦੇ ਸ਼ੀਰੇ ਵਿੱਚ ਨਰਮ ਨਹੀਂ ਹੁੰਦੀਆਂ। ਤੁਸੀਂ ਇਹਨਾਂ ਨੂੰ ਚੈੱਕ ਕਰ ਲੈਣਾ। ਮੈਂ ਤੁਹਾਨੂੰ ਦੱਸੂਗੀ ਕਿ ਕਿਸ ਟਾਈਮ ਤੇ ਗਾਜਰਾਂ ਨਰਮ ਆ ਔਰ ਇਹਨਾਂ ਨੂੰ ਹੁਣ ਅਸੀਂ ਕੱਢ ਲੈਣਾ। ਔਰ ਇਹ ਵਾਲਾ ਗਾਜਰਾਂ ਦਾ ਮੁਰੱਬਾ ਇੰਨਾ ਲਜ਼ੀਜ਼ ਬਣਦਾ ਔਰ ਇੰਨਾ ਸਸਤਾ ਘਰ 'ਚ ਬਣਦਾ। ਅਗਰ ਤੁਸੀਂ ਇਹਨੂੰ ਮਾਰਕੀਟ 'ਚ ਲੈਣ ਜਾਓ ਤਾਂ ਇੰਨਾ ਮਹਿੰਗਾ ਮਿਲਦਾ ਕਿ ਤੁਸੀਂ ਸੋਚੋਗੇ ਕਿ ਘਰ ਇੰਨੀ ਆਸਾਨੀ ਨਾਲ ਇੰਨਾ ਸਸਤੇ 'ਚ ਤਿਆਰ ਹੋ ਗਿਆ। ਇਹ ਦੇਖੋ ਗਾਜਰ ਚੈੱਕ ਕਰੋ, ਆ ਦੇਖੋ ਆਸਾਨੀ ਨਾਲ ਚਮਚ ਦੇ ਨਾਲ ਗਾਜਰ ਕੱਟ ਕੇ ਹੁਣ ਇਹ ਸਾਡਾ ਤਿਆਰ ਆ। ਅਸੀਂ ਇਹਨਾਂ ਗਾਜਰਾਂ ਨੂੰ ਬਸ ਪਾਣੀ 'ਚੋਂ ਕੱਢ ਲੈਣਾ ਔਰ ਅੱਗ ਤੁਸੀਂ ਇਹਦੇ ਥੱਲੇ ਬੰਦ ਕਰ ਦਿਓ ਔਰ ਪਾਣੀ ਵਿੱਚੋਂ ਗਾਜਰਾਂ ਕੱਢ ਲਓ। ਜਿਹੜਾ ਪਾਣੀ ਆ ਉਹ ਅਸੀਂ ਕੜਾਹੀ ਵਿੱਚ ਹੀ ਰਹਿਣ ਦੇਣਾ। ਇਹ ਗਾਜਰਾਂ ਦਾ ਮੁਰੱਬਾ ਸਿਹਤ ਲਈ ਬਹੁਤ ਅੱਛਾ, ਨਜ਼ਰ ਲਈ ਬਹੁਤ ਅੱਛਾ। ਜਿਨ੍ਹਾਂ ਦੀ ਨਜ਼ਰ ਵੀਕ ਆ ਉਹ ਇਹਨੂੰ ਖਾਣ। ਤੁਸੀਂ ਯਕੀਨ ਕਰੋ ਕਿ ਉਹਨਾਂ ਨੂੰ ਵਾਕਈ ਪਤਾ ਲੱਗੇਗਾ ਕਿ ਉਹਨਾਂ ਦੀ ਨਜ਼ਰ ਬਿਹਤਰ ਹੋ ਰਹੀ ਆ। ਸਿਰ ਲਈ ਬਹੁਤ ਅੱਛਾ, ਅਗਰ ਤੁਹਾਨੂੰ ਸਿਰ ਦੇ ਕੋਈ ਮਸਾਇਲ ਆ, ਜਿਵੇਂ ਕਿ ਤੁਹਾਡਾ ਸਿਰ ਦਰਦ ਕਰਦਾ ਰਹਿੰਦਾ ਹਮੇਸ਼ਾ, ਕਬਜ਼ ਲਈ ਬਹੁਤ ਅੱਛਾ, ਕਬਜ਼ ਕੁਸ਼ਾ ਇਹ ਹੁੰਦਾ ਵਾ ਗਾਜਰਾਂ ਦਾ ਮੁਰੱਬਾ। ਔਰ ਸਭ ਤੋਂ ਬਿਹਤਰੀਨ ਹੱਲ ਸਾਫ਼ ਸੁਥਰੇ ਤਰੀਕੇ ਨਾਲ ਬਣੀ ਹੋਈ ਆ। ਘਰ ਦੇ ਵਿੱਚ ਜਿਹੜੀ ਚੀਜ਼ ਬਣ ਜਾਣੀ ਆ ਮਾਰਕੀਟ ਲੈਵਲ ਤੇ ਉਨੀ ਜ਼ਬਰਦਸਤ ਨਹੀਂ ਹੁੰਦੀ, ਉਹਦੇ ਵਿੱਚ ਕੈਮੀਕਲ ਹੁੰਦੇ ਨੇ ਔਰ ਇਹ ਬਹੁਤ ਹੀ ਅੱਛਾ ਜ਼ਬਰਦਸਤ। ਇਹ ਜਿਹੜਾ ਮੁਰੱਬਾ ਮੈਂ ਤੁਹਾਨੂੰ ਬਣਾਉਣਾ ਦੱਸੂਗੀ, ਇਹਦੇ ਸਿਰਫ ਇੱਕ ਚੀਜ਼ ਪਾਵਾਂਗੇ ਅਸੀਂ ਜਿਹੜੇ 6 ਮਹੀਨੇ ਤੱਕ ਖਰਾਬ ਨਹੀਂ ਹੋਵੇ। ਦੁਬਾਰਾ ਗਾਜਰਾਂ ਆ ਜਾਣਗੀਆਂ ਲੇਕਿਨ ਤੁਹਾਡਾ ਗਾਜਰਾਂ ਦਾ ਮੁਰੱਬਾ ਖਰਾਬ ਨਹੀਂ ਹੋਏਗਾ। ਥੋੜੀ ਜਿਹੀ ਇਹਤਿਆਤ ਕਰੋਗੇ ਤੇ ਬਿਲਕੁਲ ਤਿਆਰ ਹੈ। ਅੱਛਾ ਦੇਖੋ ਮਾਸ਼ਾਅੱਲਾ ਗਾਜਰਾਂ ਮੈਂ ਕੱਟ ਕੇ ਰੱਖ ਲਈਆਂ। ਹੁਣ ਜਿਹੜੀ ਇਹਦੇ ਵਿੱਚ ਅਸੀਂ ਚੀਨੀ ਪਾਣੀ ਹੈ। 1 ਕਿਲੋ ਗਾਜਰਾਂ ਦੇ ਵਿੱਚ ਤਕਰੀਬਨ ਅੱਧਾ ਕਿਲੋ ਚੀਨੀ ਦਾ ਸ਼ੀਰਾ ਬਹੁਤ ਆ, ਕਿਉਂਕਿ ਇਹ ਗਾਜਰਾਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਤੇ ਮੈਂ ਚੀਨੀ ਵੀ ਥੋੜ੍ਹੀ ਜਿਹੀ ਜ਼ਿਆਦਾ ਕਰ ਲਈ ਆ ਉਸੇ ਪਾਣੀ ਦੇ ਵਿੱਚ। ਹਾਂ ਅਗਰ ਪਾਣੀ ਤੁਸੀਂ ਥੋੜ੍ਹਾ ਜ਼ਿਆਦਾ ਪਾਇਆ ਤੇ ਪਾਣੀ ਨੂੰ ਤੁਸੀਂ ਘੱਟ ਕਰ ਸਕਦੇ ਹੋ, ਲੇਕਿਨ ਕਿਉਂਕਿ ਮੈਂ ਪਾਣੀ ਹੀ ਪੂਰਾ ਪਾਇਆ, ਕੁਝ ਖੁਸ਼ਕ ਹੋ ਗਿਆ, ਕੁਝ ਦੇ ਵਿੱਚ ਮੈਂ ਉਸੇ ਪਾਣੀ ਦੇ ਵਿੱਚ ਮੈਂ ਜੀ ਚੀਨੀ ਸ਼ਾਮਿਲ ਕਰਤੀ। ਹੋਰ ਪਾਣੀ ਕੱਢ ਕੇ ਹੋਰ ਪਾਣੀ ਨਾਲ ਹੋਰ ਜ਼ਿਆਦਾ ਬਰਤਨ ਇਸਤੇਮਾਲ ਕਰਨੇ ਨਾਲ ਕੋਈ ਫਾਇਦਾ ਨਹੀਂ, ਕਿਉਂਕਿ ਬਰਤਨ ਬਾਅਦ 'ਚ ਸਾਨੂੰ ਹੀ ਧੋਣੇ ਪੈਣੇ। ਇਸ ਲਈ ਕੋਸ਼ਿਸ਼ ਕਰੋ ਕਿ ਬਰਤਨ ਵੀ ਕਮ ਯੂਜ਼ ਹੋਣ ਤੇ ਸਾਡੀਆਂ ਚੀਜ਼ਾਂ ਵੀ ਪਰਫੈਕਟ ਬਣ ਜਾਣ। ਇਹਦੇ ਵਿੱਚ ਪਾ ਦੇਣਾ ਮੈਂ ਲੀਮੂ ਦਾ ਰਸ। 2 ਲੀਮੂਆਂ ਦਾ ਰਸ ਨਿਕਾਲਿਆ ਮੈਂ, ਆਮ ਮੀਡੀਅਮ ਸਾਈਜ਼ ਦੇ ਜਿਹੜੇ ਲੀਮੂ ਨੇ 2 ਲੀਮੂਆਂ ਦਾ ਰਸ ਕੱਢਿਆ ਉਹਦੇ ਵਿੱਚ ਪਾ ਦਿੱਤਾ। ਇਹਦੇ 2 ਫਾਇਦੇ ਆ, ਇੱਕ ਤੇ ਚੀਨੀ ਦਾ ਜਿਹੜਾ ਸ਼ੀਰਾ ਉਹ ਬਿਲਕੁਲ ਸਫੈਦ ਬਣੇਗਾ, ਦੂਸਰਾ ਚੀਨੀ ਜੰਮੂਗੀ ਨਹੀਂ। ਨਮਕ ਪਾਤਾ ਇਹਦੇ ਵਿੱਚ 1/2 ਟੀਸਪੂਨ ਔਰ ਚੀਨੀ ਦੇਖੋ ਜਦੋਂ ਮੈਂ ਲੈਮਨ ਪਾਇਆ ਨਾ ਤੁਸੀਂ ਦੇਖੋਗੇ ਕਿ ਚੀਨੀ ਦਾ ਜਿਹੜਾ ਸ਼ੀਰਾ ਨਾ ਵਾਈਟ ਜਿਹਾ ਹੋ ਗਿਆ। ਸਿਰਫ ਮੈਂ ਚੀਨੀ ਮੈਲਟ ਕੀਤੀ ਆ ਔਰ ਚੀਨੀ ਜਦੋਂ ਮੈਲਟ ਹੋ ਗਈ ਨਾ, ਚੀਨੀ ਖੁਰ ਗਈ, ਇਹਦੇ ਵਿੱਚ ਆਪਾਂ ਹੁਣ ਗਾਜਰਾਂ ਪਾ ਦੇਣੀਆਂ। ਹੁਣ ਗਾਜਰਾਂ ਤੁਸੀਂ ਪਾ ਕੇ ਨਾ ਇਹਦੀ ਆਂਚ ਦਾ ਬਹੁਤ ਖਿਆਲ ਰੱਖਣਾ। ਮੀਡੀਅਮ ਆਂਚ 'ਤੇ ਇਹਨੂੰ ਪਕਾਉਣਾ, ਬਹੁਤ ਲੋ ਅੱਗ 'ਤੇ ਵੀ ਨਹੀਂ ਪਕਾਉਣਾ, ਇਹਨੂੰ ਬਹੁਤ ਹਾਈ ਫਲੇਮ 'ਤੇ ਵੀ ਨਹੀਂ ਪਕਾਉਣਾ। ਪਹਿਲੇ ਥੋੜ੍ਹੀ ਜਿਹੀ ਤੁਸੀਂ ਹਾਈ ਕਰਨੀ ਹੈ, ਜਦੋਂ ਇਹ ਪਕਣਾ ਸ਼ੁਰੂ ਹੋ ਜਾਏਗੀ ਨਾ ਇਹਦੀ ਤੁਸੀਂ ਫਲੇਮ ਮੀਡੀਅਮ ਕਰ ਦੇਣੀ। ਬਸ ਇਹ ਮੀਡੀਅਮ 'ਤੇ ਪੱਕੇਗੀ ਔਰ ਇਹਨੂੰ ਉਤਾਰਨਾ ਕਦੋਂ ਆ, ਉਤਾਰਨੇ ਦਾ ਟਾਈਮ ਮੈਂ ਤੁਹਾਨੂੰ ਦੱਸਦੀ ਹਾਂ। ਇਹ ਦੇਖੋ ਸਿਰਫ ਇੰਨੀ ਟਾਟਰੀ, ਕਿਉਂਕਿ ਚੌਥਾ ਹਿੱਸਾ ਚਮਚ ਦਾ ਇਹਦੇ ਵਿੱਚ ਮੈਂ ਪਾਇਆ। ਇਹਨੇ ਥੋੜ੍ਹੀ ਜਿਹੀ ਟਾਟਰੀ ਇਹਦੇ ਵਿੱਚ ਪਾਣੀ ਹੈ। ਇਹ ਟਾਟਰੀ ਇਸ ਚੀਜ਼ ਨੂੰ ਗਾਜਰਾਂ ਦੇ ਮੁਰੱਬੇ ਨੂੰ 6 ਮਹੀਨੇ ਤੱਕ ਖਰਾਬ ਹੋਣ ਨਹੀਂ ਦੇਗੀ। ਤੁਸੀਂ ਆਰਾਮ ਨਾਲ ਇਹਨੂੰ ਖਾ ਸਕਦੇ ਹੋ। ਕਿਸੇ ਵੀ ਪਲਾਸਟਿਕ ਦੇ ਸ਼ੀਸ਼ੇ ਦੇ ਜਾਰ 'ਚ ਇਹਨੂੰ ਤੁਸੀਂ ਬੰਦ ਕਰਕੇ ਰੱਖ ਦਿਓ, ਖਰਾਬ ਨਹੀਂ ਹੋਏਗਾ।
ਹੁਣ ਇਹਨੂੰ ਤੁਸੀਂ ਚੈੱਕ ਕਰੋ। ਅਸੀਂ ਇਹਦਾ ਜਿਹੜਾ ਸ਼ੀਰਾ ਬਣਾਉਣਾ, ਇੱਕ ਤਾਰ ਦਾ ਸ਼ੀਰਾ ਬਣਾਉਣਾ। ਆ ਦੇਖੋ ਤੁਸੀਂ ਇਹਦਾ ਤਾਰ ਬਣ ਰਹੀ ਆ। ਬਸ ਹੁਣ ਇਹ ਉਤਾਰਨੇ ਲਈ ਪਰਫੈਕਟ ਆ। ਇੰਨੀ ਕੁ ਦੇਰ ਲੱਗੀ ਆ, ਗਾਜਰਾਂ ਦਾ ਮੁਰੱਬਾ ਬਣ ਕੇ ਤਿਆਰ ਹੋ ਗਿਆ। ਹੁਣ ਇਹਨੂੰ ਬੰਦ ਕਰੋ, ਇਹਨੂੰ ਠੰਡਾ ਕਰੋ। ਇਹਨੂੰ ਕਿਸੇ ਵੀ ਬਰਤਨ 'ਚ ਪਾ ਕੇ ਰੱਖੋ, ਚਾਹੇ ਪਲਾਸਟਿਕ 'ਚ ਰੱਖੋ, ਚਾਹੇ ਤੁਸੀਂ ਇਹਨੂੰ ਕਿਸੇ ਸਟੀਲ ਦੇ ਬਾਕਸ ਡੱਬੇ 'ਚ ਪਾ ਕੇ ਰੱਖ ਦਿਓ, ਕਿਸੇ ਤੁਸੀਂ ਇਹਨੂੰ ਸ਼ੀਸ਼ੇ ਦੇ ਜਾਰ 'ਚ ਪਾ ਕੇ ਰੱਖੋ। ਇਹ ਬਿਲਕੁਲ ਖਰਾਬ ਨਹੀਂ ਹੋਏਗਾ। ਬਸ ਇਹ ਆ ਕਿ ਜਿਹੜੇ ਚਮਚ ਨਾਲ ਕੱਢਣਾ, ਉਸ ਚਮਚ ਨੂੰ ਝੂਠਾ ਨਹੀਂ ਕਰਨਾ, ਉਹਨੂੰ ਪਾਣੀ ਨਹੀਂ ਲਗਾਉਣਾ। ਬਾਕੀ पूरे 6 महीने ख़राब नहीं होएगा और बहुत अच्छा सस्ता और साफ़ सुथरा गाजर का मुरब्बा बन के तैयार हो। ਹੁਣ इंशाल्लाह ਮੈਨੂੰ उम्मीद है कि ਤੁਹਾਨੂੰ मेरी रेसिपी अच्छी लगेगी। अगर मेरी रेसिपी अच्छी लग रही है तो चैनल में सब्सक्राइब करना, वीडियो ਨੂੰ लाइक करना ना भूलियो। ਨਾਲ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਗਾਜਰਾਂ ਦਾ ਮੁਰੱਬਾ ਕਿਸ ਤਰ੍ਹਾਂ ਦਾ ਬਣਿਆ, ਔਰ ਇਹਨੂੰ ਆਪਣੇ ਦੋਸਤਾਂ ਨਾਲ, ਰਿਸ਼ਤੇਦਾਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਇਹਦੇ ਨਾਲ ਹੀ ਤੁਸੀਂ ਆਪਣਾ ਰੱਖੋ ਖਿਆਲ। ਮੈਨੂੰ ਦਿਓ ਇਜਾਜ਼ਤ। ਅੱਲਾਹ ਸੁਣੇ ਦੇ ਹਵਾਲੇ।